ਮੁਗਲਿਆ ਸਲਤਨਤ ਤਾਂ ਸਿੱਖਾਂ ਤੋਂ ਉਸ ਹੱਦ ਤੱਕ ਹੀ ਖੌਫਜ਼ਦਾ ਸੀ ਜਿੱਥੋਂ ਉਹਨਾਂ ਨੂੰ ਉਹਨਾਂ 'ਚ ਪੋਲੀਟੀਕਲ ਬਗਾਵਤ ਜਾਂ ਰਾਜ ਭਾਗ ਦੇ ਉੱਤੇ ਦਾਅਵੇ ਦਾ ਜਿਹੜੀ ਆ ਉਹ ਸਮੈਲ ਆਉਂਦੀ ਸੀ। ਬ੍ਰਾਹਮਣਵਾਦ ਦੀ ਆਈਡੀਓਲੋਜੀ ਜਿਹਨੂੰ ਅੱਜ ਹਿੰਦੂਤਵਾ ਕਿਹਾ ਜਾਂਦਾ ਹੈ, ਇਹ ਤਾਂ ਗੁਰੂ ਨਾਨਕ ਸਾਹਿਬ ਦੀ ਆਮਦ ਨਾਲ, ਜਦੋਂ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਵਾਲੇ ਪੰਡਤ ਦਾ ਹੱਥ ਫੜ ਕੇ ਕਿਹਾ ਸੀ ਵੀ ਇਹ ਜਨੇਊ ਜਬਰੀ ਪਾਉਣਾ ਨਹੀਂ ਹੈ, ਪਾਉਣ ਨਹੀਂ ਦੇਣਾ ਹੈ, ਉਦੋਂ ਹੀ ਰਾਈਵਲਰੀ ਸ਼ੁਰੂ ਹੋ ਗਈ ਸੀ। 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। ਅੱਛਾ। ਔਰ ਉਸ ਦੇ ਨਾਲ ਹੀ ਜਿਹੜਾ ਅਗਲੇ ਸਾਲ ਤੋਂ ਹੀ ਉਹਨਾਂ ਦੇ 1699 ਤੋਂ ਇੱਕਦਮ ਬਾਅਦ 1700 ਤੋਂ 5 ਸਾਲਾਂ 'ਚ 6 ਹਮਲੇ ਹੁੰਦੇ ਨੇ ਪਹਾੜੀ ਰਾਜਿਆਂ ਦਾ। ਜਿਹੜੀਆਂ 14 ਜੰਗਾਂ ਗੁਰੂ ਸਾਹਿਬ ਦੀਆਂ ਨੇ, 12 ਜੰਗਾਂ ਤਾਂ ਇਹਨਾਂ ਹਿੰਦੂ ਰਾਜਿਆਂ ਦੇ ਨਾਲ ਨੇ। ਕਿਰਦਾਰ ਗੰਗੂ ਬ੍ਰਾਹਮਣ ਦਾ ਵੀ ਦੇਖਦੇ ਹਾਂ। ਫਿਰ ਅਸੀਂ ਸੁੱਚਾਨੰਦ ਦਾ ਜ਼ਿਕਰ ਵੀ ਕਰਕੇ ਹਟੇ, ਜਿਹੜਾ ਕਿ ਕਹਿੰਦਾ ਕਿ ਜੀ ਸੱਪਾਂ ਦੇ ਬੱਚੇ ਵੀ ਸੱਪ ਹੀ ਹੁੰਦੇ ਨੇ। ਜਿਨ੍ਹਾਂ ਨੇ ਪ੍ਰੇਮ ਨਿਭਾਇਆ, ਸ਼ੇਰ ਮੁਹੰਮਦ ਖਾਨ ਦਾ ਅਸੀਂ ਜ਼ਿਕਰ ਕੀਤਾ, ਹਾਂ ਦਾ ਨਾਰਾ ਮਾਰਨਾ। ਫਿਰ ਪੀਰ ਬੁੱਧੂ ਸ਼ਾਹ ਜਿਹੜੇ ਭੰਗਾਣੀ ਦੇ ਯੁੱਧ ਵੇਲੇ ਆਪਣੇ ਪੁੱਤਰਾਂ ਔਰ ਮੁਰੀਦਾਂ ਦੇ ਨਾਲ ਆ ਕੇ 2 ਪੁੱਤਰ ਵੀ ਸ਼ਹੀਦ ਕਰਵਾਉਂਦੇ ਨੇ, 300-400 ਮੁਰੀਦ ਵੀ ਸ਼ਹੀਦ ਕਰਵਾਉਂਦੇ ਨੇ। ਮਾਛੀਵਾੜੇ ਦੇ ਉਸ ਮੁਕਾਮ ਤੋਂ ਸੇਫਲੀ ਨਿਕਲਣ ਦੀ ਗੱਲ ਹੁੰਦੀ ਹੈ ਤੇ ਨਬੀ ਖਾਨ, ਗਨੀ ਖਾਨ, ਭਾਈ ਦਿਆਲ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਦੇ ਨਾਲ ਉੱਚਦੇ ਪੀਰ ਦੇ ਰੂਪ 'ਚ 10ਵੇਂ ਪਾਤਸ਼ਾਹ ਨੂੰ ਜਿਹੜਾ ਉਸ ਘੇਰੇ 'ਚੋਂ ਕੱਢਦੇ ਨੇ। ਫਿਰ ਈਵਨ ਸਰਸਾ ਕੰਢੇ ਤੋਂ ਬਾਅਦ ਕੋਟਲਾ ਨਿਹੰਗ ਖਾਨ, ਜਿਸ ਦੀ ਬੇਟੀ ਮੁਮਤਾਜ਼ ਜਿਹੜੀ ਹੈ, ਉਸ ਦੀ ਕੁਰਬਾਨੀ, ਜਿਸ ਦੀ ਕਹਾਣੀਆਂ ਸਾਰੇ ਪਾਸੇ ਸੁਣਾਈਆਂ ਜਾਂਦੀਆਂ ਨੇ। ਗਰੀਬ ਮਾਸ਼ਕੀ ਉਹ ਜਿਹੜਾ ਆਪਣੀ ਝੁੱਗੀ 'ਚ ਮਾਤਾ ਜੀ ਔਰ ਸਾਹਿਬਜ਼ਾਦਿਆਂ ਨੂੰ ਰੱਖਦਾ ਔਰ ਬਾਅਦ ਦੇ ਵਿੱਚ ਗੰਗੂ ਲੈ ਕੇ ਜਾਂਦਾ, ਉਹ ਕਿਉਂ ਬਖਸ਼ ਉਹਦਾ ਨਾਂ ਹੈ। ਫਿਰ ਰਾਏ ਕੱਲਾ, ਜਿਹਦਾ ਨੌਕਰ ਨੂਰਾ ਮਾਹੀ ਜਾ ਕੇ ਮੈਸੇਜ ਵੀ ਲਿਆਉਂਦਾ, ਔਰ ਰਾਏ ਕੱਲੇ ਨੂੰ ਜਦੋਂ ਸੂਬਾ ਸਰਹੰਦ ਦਾ ਮਿਲਦਾ ਵੀ ਗੁਰੂ ਗੋਬਿੰਦ ਸਿੰਘ ਤੁਹਾਡੇ ਕੋਲ ਨੇ, ਤੁਸੀਂ ਉਹਨਾਂ ਨੂੰ ਸਾਡੇ ਹਵਾਲੇ ਕਰੋ, ਤੇ ਉਹ ਕਹਿੰਦੇ ਨੇ ਜੀ ਇਹ ਸਾਡੇ ਪੀਰ ਨੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਵੇਂ RSS ਵੱਲੋਂ ਸਿੱਖ ਇਤਿਹਾਸ ਨੂੰ ਪੂਰੀ ਤਰ੍ਹਾਂ ਵਿਗਾੜਿਆ ਜਾ ਰਿਹਾ ਹੈ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਖਾਲਸਾ ਪੰਥ ਤੇ ਜ਼ੁਲਮਾਂ ਲਈ ਮੁਸਲਮਾਨਾਂ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ, ਜਦੋਂ ਕਿ ਗੱਦਾਰ ਹਿੰਦੂ ਕਿਰਦਾਰਾਂ ਨੂੰ ਇਤਿਹਾਸ ਵਿੱਚੋਂ ਗਾਇਬ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਤਿਹਾਸ ਨੂੰ ਜੇ ਇਮਾਨਦਾਰੀ ਦੇ ਨਾਲ ਤੁਸੀਂ ਵਾਚੋ, ਪੜਚੋਲੋ, ਲੱਭਣ ਦੀ ਕੋਸ਼ਿਸ਼ ਕਰੋ, ਤੇ ਫਿਰ ਨੇਕ ਔਰ ਸ਼ੈਤਾਨ ਉਹ ਕਿਰਦਾਰ ਨਾਲ ਹੀ ਤੁਰਦੇ ਨੇ। ਕਈ ਵਾਰ ਪਰਿਵਾਰਾਂ ਦੇ ਵਿੱਚ ਉਸ ਕਿਸਮ ਦੇ ਹਮਦਰਦ ਹੋਣਗੇ ਜਿਹੜੇ ਪਰਿਵਾਰ ਦਾ ਮੁਖੀਆ ਜ਼ੁਲਮ ਕਰ ਰਿਹਾ ਹੁੰਦਾ। ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਵੇਲੇ ਜਦੋਂ ਚੰਦੂ ਜਿਹੜਾ ਆਪਣੀ ਹਵੇਲੀ 'ਚ ਲਿਜਾ ਕੇ ਗੁਰੂ ਅਰਜਨ ਸਾਹਿਬ ਨੂੰ 3 ਦਿਨ ਟੌਰਚਰ ਕਰਦਾ ਹੈ, ਤੱਤੀ ਤਵੀ 'ਤੇ ਬਿਠਾਉਂਦਾ ਹੈ, ਸਿਰ 'ਤੇ ਰੇਤ ਪਾਉਂਦਾ ਹੈ, ਦੇਗ 'ਚੋਂ ਬਾਲਦਾ ਹੈ ਔਰ ਸ਼ਹੀਦ ਕਰਦਾ ਹੈ। ਪਰ ਅਸੀਂ ਦੇਖਦੇ ਹਾਂ ਕਿ ਉਸ ਦੀ ਨੂੰਹ ਜਿਹੜੀ ਹੈ ਉਹ ਹਮਦਰਦੀ ਰੱਖਦੀ ਹੈ। ਹੁਣ ਇਸੇ ਤਰ੍ਹਾਂ ਜੇ ਅਸੀਂ ਨਿਰਪੱਖ ਹੋ ਕੇ ਕਿਰਦਾਰਾਂ ਨੂੰ ਦੇਖੀਏ, ਕਿਉਂਕਿ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਵੀ ਇਹ ਡਿਸਕਸ ਕੀਤਾ ਹੈ ਕਿ ਕਿਵੇਂ ਹਿੰਦੂ ਤਵੀਆਂ ਵੱਲੋਂ ਹਿਸਟਰੀ ਨੂੰ ਇੱਕ ਪੂਰੀ ਟਵਿਸਟ ਦੇ ਕੇ ਜਿਹੜੀ ਸਾਡੀ ਪ੍ਰਾਊਡ ਹਿਸਟਰੀ ਹੈ ਉਸ ਨੂੰ ਭਾਰਤ ਮਾਤਾ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਹੈ। ਸਿੱਖਾਂ ਨੂੰ ਜਿਹੜਾ ਉਹ ਹਿੰਦੂਤਵਾ, ਸਨਾਤਨ ਧਰਮ ਦੀ ਕੰਟੀਨਿਊਟੀ, ਡਿਫੈਂਡਰਸ ਆਫ ਹਿੰਦੂ ਧਰਮ, ਉਸ ਦਾ ਤਾਂ ਵੇਰਵਾ ਪਹਿਲਾਂ ਹੀ ਚੱਲ ਰਿਹਾ ਸੀ। ਪਰ ਜਦੋਂ ਹੁਣ ਉਹਨਾਂ ਦੇ ਕੋਲ ਹਕੂਮਤ ਆਈ ਹੈ, ਜਿਸ ਅੰਦਾਜ਼ 'ਚ ਉਹ ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਸਿੱਧੀ ਦਖਲਅੰਦਾਜ਼ੀ ਕਰ ਰਹੇ ਨੇ, ਵੀਰ ਬਾਲ ਦਿਵਸ ਦੇ ਨਾਂ ਥੱਲੇ ਜਿਵੇਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਉਹਨਾਂ ਨੇ ਬਿਲਕੁਲ ਇੱਕ ਐਂਟਾਈ ਮੁਸਲਿਮ ਸ਼ੇਪ ਦੇਣ ਦੀ ਕੋਸ਼ਿਸ਼ ਵੀ ਕੀਤੀ। ਹਾਲਾਂਕਿ ਅਸੀਂ ਸਮੇਂ-ਸਮੇਂ ਜਿਹੜੇ ਵੀ, ਸਾਡਾ ਕੋਈ ਇਹ ਨਹੀਂ ਹੈ ਕਿ ਕੋਈ ਇਨਹੈਰੈਂਟ ਕਿਸੇ ਦੇ ਨਾਲ ਵਿਰੋਧ ਹੈ ਜਾਂ ਕਿਸੇ ਦੇ ਨਾਲ ਕੋਈ ਜਿਹੜੀ ਹੈ ਉਹ ਦੋ ਜਾਗੀ ਵਾਲੀ ਭਾਵਨਾ ਹੈ ਕਿ ਵੀ ਅਸੀਂ ਕਿਸੇ ਪ੍ਰਤੀ ਰੱਖਦੇ। ਪਰ ਜੇ ਤੁਸੀਂ ਹਿਸਟਰੀ ਨੂੰ ਇਮਾਨਦਾਰੀ ਦੇ ਨਾਲ ਦੇਖੋਗੇ ਤਾਂ ਫਿਰ ਇਹ ਗੱਲ ਸਾਹਮਣੇ ਆਏਗੀ ਕਿ
ਮੁਗਲਿਆ ਸਲਤਨਤ ਤਾਂ ਸਿੱਖਾਂ ਤੋਂ ਉਸ ਹੱਦ ਤੱਕ ਹੀ ਖੌਫਜ਼ਦਾ ਸੀ ਜਿੱਥੋਂ ਉਹਨਾਂ ਨੂੰ ਉਹਨਾਂ 'ਚ ਪੋਲੀਟੀਕਲ ਬਗਾਵਤ ਜਾਂ ਰਾਜ ਭਾਗ ਦੇ ਉੱਤੇ ਦਾਅਵੇ ਦਾ ਜਿਹੜੀ ਹੈ ਉਹ ਸਮੈਲ ਆਉਂਦੀ ਸੀ। ਲੇਕਿਨ ਬ੍ਰਾਹਮਣਵਾਦ ਦੀ ਆਈਡੀਓਲੋਜੀ ਜਿਹਨੂੰ ਅੱਜ ਹਿੰਦੂਤਵਾ ਕਿਹਾ ਜਾਂਦਾ ਹੈ, ਇਹ ਤਾਂ ਗੁਰੂ ਨਾਨਕ ਸਾਹਿਬ ਦੀ ਆਮਦ ਨਾਲ, ਜਦੋਂ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਵਾਲੇ ਪੰਡਤ ਦਾ ਹੱਥ ਫੜ ਕੇ ਕਿਹਾ ਸੀ ਵੀ ਇਹ ਜਨੇਊ ਜਬਰੀ ਪਾਉਣਾ ਨਹੀਂ ਹੈ, ਪਾਉਣ ਨਹੀਂ ਦੇਣਾ ਹੈ, ਉਦੋਂ ਹੀ ਰਾਈਵਲਰੀ ਸ਼ੁਰੂ ਹੋ ਗਈ ਸੀ। ਅਸੀਂ ਗੁਰਦੁਆਰਾ ਕੰਧ ਸਾਹਿਬ ਦਾ ਜਦੋਂ ਇਤਿਹਾਸ ਦੇਖਦੇ ਹਾਂ ਬਟਾਲੇ 'ਚ ਕਿ ਵੀ ਇਹ ਤਾਂ ਉਸ ਜੋ ਕੁਛ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਉਮਤ ਨਾਲ ਜੂਨ 84 ਦੇ ਪਹਿਲੇ ਹਫ਼ਤੇ ਟੋਟਲ ਵਾਰ ਡਿਕਲੇਅਰ ਕਰਕੇ ਕੀਤਾ, ਇਹ ਤਾਂ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਸ਼ੁਰੂ ਹੋ ਗਿਆ ਸੀ। ਔਰ ਇਸੇ ਨੂੰ ਹੀ ਜਦੋਂ 5 ਸਦੀਆਂ ਦਾ ਵੈਰ ਦੀ ਗੱਲ ਅਸੀਂ ਕਰਦੇ ਹਾਂ ਤੇ ਇਹ ਜਦੋਂ ਤੁਸੀਂ ਹਰ ਗੁਰੂ ਸਾਹਿਬਾਨ ਦੇ ਪੀਰੀਅਡ ਦੇ ਵਿੱਚ ਦੇਖਦੇ ਹੋ ਤੇ ਫਿਰ ਤੁਹਾਨੂੰ ਉਹ ਕਿਰਦਾਰ ਨਜ਼ਰ ਆਏਗਾ ਪੰਜਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ ਵੀ ਉਹ ਕਿਤੇ ਗੋਂਦਾ ਮਰਵਾਹਾ ਹੈ, ਕਿਤੇ ਕੋਈ ਹੋਰ ਸ਼ਿਕਾਇਤ ਕਰਤਾ ਬਣ ਜਾਂਦਾ ਹੈ। ਔਰ ਪੰਜਵੇਂ ਪਾਤਸ਼ਾਹ ਦੇ ਵੇੜੇ ਤਾਂ ਫਿਰ ਕੀ ਰੋਲ ਉਹ ਚੰਦੂ ਹੋਏ ਜਾਂ ਹੋਰ ਬ੍ਰਾਹਮਣਵਾਦੀ ਲੌਬੀ ਨੇ ਅਦਾ ਕੀਤਾ, ਜ਼ਾਹਰ ਹੈ ਜਹਾਂਗੀਰ ਉਸ ਦੇ ਲਈ ਮੁੱਖ ਤੌਰ 'ਤੇ ਜ਼ਿੰਮੇਵਾਰ ਹੈ, ਉਸ ਤੋਂ ਜਿਹੜਾ ਉਹਦੀ ਮਾਫੀ ਨਹੀਂ ਹੈ। ਲੇਕਿਨ ਇਸ ਸਾਰੇ ਦੌਰ 'ਚ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ, 22 ਤਾਰ ਦੇ ਪਹਾੜੀ ਰਾਜਿਆਂ ਦਾ ਜ਼ਿਕਰ ਕਰਦੇ ਹਾਂ ਅਸੀਂ, ਉਹਨਾਂ ਸਾਰੇ ਰਾਜਿਆਂ ਦੀਆਂ ਫੌਜਾਂ ਦਾ ਜ਼ਿਕਰ ਕੀਤਾ। ਔਰ ਇੱਕ ਜਿਹੜੀ ਗੱਲ ਬੜੀ ਅਹਿਮੀਅਤ ਵਾਲੀ ਹੈ ਕਿ 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਔਰ ਉਸ ਦੇ ਨਾਲ ਹੀ ਜਿਹੜਾ 1704 ਤੱਕ 5 ਸਾਲ ਦੇ ਵਿੱਚ ਜਿਹੜਾ ਉਹਨਾਂ ਅਗਲੇ ਸਾਲ ਤੋਂ ਹੀ ਉਹਨਾਂ ਦੇ 1699 ਤੋਂ ਇੱਕਦਮ ਬਾਅਦ 1700 ਤੋਂ 5 ਸਾਲਾਂ 'ਚ 6 ਹਮਲੇ ਹੁੰਦੇ ਨੇ ਪਹਾੜੀ ਰਾਜਿਆਂ ਦੇ। ਹੁਣ ਜਦੋਂ ਅਸੀਂ ਇਸ ਸਾਰੇ ਪਾਠ ਨੂੰ ਦੇਖਦੇ ਹਾਂ ਫਿਰ ਇਹ ਗੱਲ ਦੀ ਸਮਝ ਆਉਂਦੀ ਹੈ ਕਿ ਜਿਹੜਾ ਫਾਈਨਲ ਘੇਰਾ 8 ਮਹੀਨੇ ਦਾ ਉਹ ਜਿਹਦੇ 'ਚ ਸੂਬਾ ਸਰਹੰਦ ਦੀ ਫੌਜ, ਸੂਬਾ ਲਾਹੌਰ ਦੀ ਫੌਜ, ਸੂਬਾ ਕਸ਼ਮੀਰ ਦੀ ਫੌਜ, ਦਿੱਲੀ ਦਰਬਾਰ ਦੀ ਫੌਜ, ਪਰ ਉਸ ਦੀ ਇੰਟਰਵੈਂਸ਼ਨ ਵੀ ਸੂਬਾ ਸਰਹੰਦ ਜਾਂ ਦਿੱਲੀ ਦਰਬਾਰ ਦੀ ਹੁੰਦੀ ਹੈ ਜਦੋਂ 6 ਵਾਰ ਹਮਲੇ ਅੱਡ ਅੱਡ ਜਿਹੜੀਆਂ 14 ਜੰਗਾਂ ਗੁਰੂ ਸਾਹਿਬ ਦੀਆਂ ਨੇ, 12 ਜੰਗਾਂ ਦੇ ਇਹਨਾਂ ਹਿੰਦੂ ਰਾਜਿਆਂ ਦੇ ਨਾਲ ਨੇ। ਜਦੋਂ ਉਹਨਾਂ ਨੂੰ ਇਹ ਲੱਗਦਾ ਕਿ ਵੀ ਅਸੀਂ ਇਸ ਆਵਾਜ਼ ਨੂੰ ਜਿਹੜਾ ਖਾਲਸਾ ਰੂਪ ਦੇ ਵਿੱਚ ਜਿਹੜਾ ਕਿ ਬ੍ਰਾਹਮਣਵਾਦ ਦੀ ਧੁਨੀ ਦੇ ਵਿੱਚ ਤੀਰ ਹੈ, ਜਦੋਂ ਗੁਰੂ ਸਾਹਿਬ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਔਰ ਉਸ ਸਾਰੇ 'ਚ ਉਹਨਾਂ 5 ਪਿਆਰਿਆਂ ਨੂੰ ਇਹ ਫਾਈਨਲ ਆਦੇਸ਼ ਹੈ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਭਰਮ ਨਾਸ ਔਰ ਤੁਸੀਂ ਖਾਲਸਾ ਹੋ, ਤੇ ਇਹ ਕੁਲ ਔਰ ਕਰਮ, ਭਰਮ, ਕਿਰਤ ਇਹ ਸਾਰੇ ਜਿਹੜਾ ਕਸ਼ਤਰੀ ਧਰਮ ਕੋਈ ਨਹੀਂ ਹੈ, ਸਭ ਤੁਸੀਂ ਬਰਾਬਰ ਹੋ ਔਰ ਤੁਹਾਡੇ ਗਾਤਰੇ ਕਿਰਪਾਨ ਹੈ। ਤੇ ਇਹ ਤਾਂ ਬ੍ਰਾਹਮਣਵਾਦ ਦਾ ਦੈਟ ਵਾਸ ਦਾ ਡੈਥ ਬੈਲ ਫॉर ਦਾ ਬ੍ਰਾਹਮਨਿਜ਼ਮ। ਸੋ ਉਦੋਂ ਤੋਂ ਹੀ 6 ਹਮਲੇ ਇਸ ਪੀਰੀਅਡ ਦੇ ਵਿੱਚ ਹੁੰਦੇ ਨੇ ਔਰ ਇਹ ਗੱਲ ਕੋਈ ਸਿਰਫ ਇਤਿਹਾਸਕ ਸੋਰਸ ਤੋਂ ਨਹੀਂ ਆਈ। ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਜ਼ਫਰਨਾਮਾ ਦੇਖਦੇ ਹਾਂ, ਔਰੰਗਜ਼ੇਬ ਦੇ ਨਾਂ ਲਿਖਿਆ, ਉਹਦੇ 'ਚ ਵੀ ਉਹਨੂੰ ਕਹਿੰਦੇ ਨੇ ਕਿ ਤੂੰ ਵੀ ਬੁੱਤੋ ਸ਼ਿਕਨ, ਮੈਂ ਵੀ ਬੁੱਤੋ ਸ਼ਿਕਨ, ਪਰ ਤੂੰ ਬੁੱਤ ਪ੍ਰਸਤ ਹਿੰਦੂ ਰਾਜਿਆਂ ਦੇ ਕਹਿਣ ਤੇ ਅਨੰਦਪੁਰ ਤੇ ਜਿਹੜੀ ਹੈ ਫੌਜ ਚਾੜੀ। ਹੁਣ ਅਸੀਂ ਕਿਰਦਾਰ, ਕਿਉਂਕਿ ਅੱਜ ਹਿੰਦੂ ਤਵੀ ਜਿਵੇਂ ਸਿੱਖ ਇਤਿਹਾਸ ਨੂੰ ਐਂਟਾਈ ਮੁਸਲਮ ਕਿਰਦਾਰ ਦੇ ਵਿੱਚ ਸਿਰਜਣਾ ਚਾਹੁੰਦੇ ਨੇ, ਤੇ ਫਿਰ ਅਸੀਂ ਇਸ ਪਾਠ ਨੂੰ ਦੇਖੀਏ ਔਰ ਜੇ ਅਸੀਂ ਜਿਨ੍ਹਾਂ ਨੇ ਪ੍ਰੇਮ ਨਿਭਾਇਆ, ਸ਼ੇਰ ਮੁਹੰਮਦ ਖਾਨ ਦਾ ਅਸੀਂ ਜ਼ਿਕਰ ਕੀਤਾ, ਹਾ ਦਾ ਨਾਰਾ ਮਾਰਨਾ, ਫਿਰ ਪੀਰ ਬੁੱਧੂ ਸ਼ਾਹ ਜਿਹੜੇ ਭੰਗਾਣੀ ਦੇ ਯੁੱਧ ਵੇਲੇ ਆਪਣੇ ਪੁੱਤਰਾਂ ਔਰ ਮਰੀਦਾਂ ਦੇ ਨਾਲ ਆ ਕੇ 2 ਪੁੱਤਰ ਵੀ ਸ਼ਹੀਦ ਕਰਵਾਉਂਦੇ ਨੇ, 300-400 ਮਰੀਦ ਵੀ ਸ਼ਹੀਦ ਕਰਵਾਉਂਦੇ ਨੇ। ਨਬੀ ਖਾਨ, ਗਨੀ ਖਾਨ ਜਦੋਂ ਕਿ ਮਾਛੀਵਾੜੇ ਦੇ ਉਸ ਮੁਕਾਮ ਤੋਂ ਸੇਫਲੀ ਨਿਕਲਣ ਦੀ ਗੱਲ ਹੁੰਦੀ ਹੈ ਤੇ ਨਬੀ ਖਾਨ, ਗਨੀ ਖਾਨ, ਭਾਈ ਦਿਆਲ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਦੇ ਨਾਲ ਉੱਚ ਦੇ ਪੀਰ ਦੇ ਰੂਪ 'ਚ 10ਵੇਂ ਪਾਤਸ਼ਾਹ ਨੂੰ ਜਿਹੜਾ ਉਸ ਘੇਰੇ 'ਚੋਂ ਕੱਢਦੇ ਨੇ। ਫਿਰ ਈਵਨ ਸਰਸਾ ਕੰਢੇ ਤੋਂ ਬਾਅਦ ਕੋਟਲਾ ਨਿਹੰਗ ਖਾਨ, ਜਿਸ ਦੀ ਬੇਟੀ ਮੁਮਤਾਜ਼ ਜਿਹੜੀ ਹੈ ਉਸ ਦੀ ਕੁਰਬਾਨੀ, ਜਿਸ ਦੀ ਕਹਾਣੀਆਂ ਸਾਰੇ ਪਾਸੇ ਸੁਣਾਈਆਂ ਜਾਂਦੀਆਂ ਨੇ। ਫਿਰ ਜਿਹਨੂੰ ਕੁੰਮਾ ਮਾਸ਼ਕੀ ਕਹਿ ਕੇ ਜਿਹੜਾ ਅੱਜ ਕੱਲ੍ਹ ਕਾਫੀ ਬਿਆਨਿਆ ਜਾਂਦਾ ਹੈ, ਉਹਨਾਂ ਦਾ ਜਿਹੜਾ ਨਾਂ ਹੈ ਇੱਕ ਗਰੀਬ ਮਾਸ਼ਕੀ, ਉਹ ਜਿਹੜਾ ਆਪਣੀ ਝੁੱਗੀ 'ਚ ਮਾਤਾ ਜੀ ਔਰ ਸਾਹਿਬਜ਼ਾਦਿਆਂ ਨੂੰ ਰੱਖਦਾ ਔਰ ਬਾਅਦ ਦੇ ਵਿੱਚ ਗੰਗੂ ਲੈ ਕੇ ਜਾਂਦਾ, ਉਹ ਕਿਉਂ ਬਖਸ਼ ਉਹਦਾ ਨਾਂ ਹੈ। ਫਿਰ ਰਾਏ ਕੱਲਾ ਜਿਹਦਾ ਨੌਕਰ ਨੂਰਾ ਮਾਹੀ ਜਾ ਕੇ ਮੈਸੇਜ ਵੀ ਲਿਆਉਂਦਾ ਹੈ
ਔਰ ਰਾਏ ਕੱਲੇ ਨੂੰ ਜਦੋਂ ਸੂਬਾ ਸਰਹੰਦ ਦਾ ਮਿਲਦਾ ਵੀ ਗੁਰੂ ਗੋਬਿੰਦ ਸਿੰਘ ਤੁਹਾਡੇ ਕੋਲ ਨੇ, ਤੁਸੀਂ ਉਹਨਾਂ ਨੂੰ ਸਾਡੇ ਹਵਾਲੇ ਕਰੋ, ਤੇ ਉਹ ਕਹਿੰਦੇ ਨੇ ਜੀ ਇਹ ਸਾਡੇ ਪੀਰ ਨੇ ਔਰ ਇਹ ਸਾਡੇ ਕੋਲ ਆਏ ਨੇ ਔਰ ਅਸੀਂ ਜਿਹੜਾ ਇਹਨਾਂ ਦੀ ਖਿਦਮਤ ਦੇ ਵਿੱਚ ਹਾਜ਼ਰ ਹੈ। ਔਰ ਹੁਣ ਇਹ ਕਿਰਦਾਰ ਕੌਣ ਨੇ? ਬਿਲਕੁਲ। ਦੂਸਰੇ ਪਾਸੇ ਅਸੀਂ ਇਹ ਦੇਖਿਆ ਕਿ 22 ਤਾਰ ਦੇ ਪਹਾੜੀ ਰਾਜੇ ਹੀ ਇਸ ਸਾਰੇ ਦੇ ਲਈ ਸਭ ਤੋਂ ਵੱਡੇ ਜ਼ਿੰਮੇਵਾਰ ਨੇ, ਉਸ ਸਾਰੀ ਫੌਜ ਦਾ ਹਿੱਸਾ ਵੀ ਬਣਦੇ ਨੇ। ਫਿਰ ਅਸੀਂ ਕਿਰਦਾਰ ਗੰਗੂ ਬ੍ਰਾਹਮਣ ਦਾ ਵੀ ਦੇਖਦੇ ਹਾਂ, ਫਿਰ ਅਸੀਂ ਸੁੱਚਾਨੰਦ ਦਾ ਜ਼ਿਕਰ ਵੀ ਕਰਕੇ ਹਟੇ ਹਾਂ, ਜਿਹੜਾ ਕਿ ਕਹਿੰਦਾ ਕਿ ਜੀ ਸੱਪਾਂ ਦੇ ਬੱਚੇ ਵੀ ਸੱਪ ਹੀ ਹੁੰਦੇ ਨੇ। ਸੋ ਇਹ ਜਿਹੜਾ ਟਵਿਸਟ ਹੈ, ਇੱਕ ਗੱਲ ਦਾ ਧਿਆਨ ਰਹੇ ਔਰ ਮੈਂ ਆਪਣੀਆਂ ਪ੍ਰੈਜੈਂਟੇਸ਼ਨ 'ਚ ਰਿਪੀਟਡਲੀ ਕਹਿੰਦਾ ਕਿ 18ਵੀਂ ਸਦੀ 'ਚ ਸਾਡੀ ਲੜਾਈ ਕੋਈ ਇਸਲਾਮ ਦੇ ਖਿਲਾਫ ਨਹੀਂ ਸੀ, ਜ਼ੁਲਮ ਦੇ ਖਿਲਾਫ ਸੀ। ਅੱਜ ਵੀ ਸਾਨੂੰ ਕੋਈ ਸਮੱਸਿਆ ਨਹੀਂ ਹੈ ਕੋਈ ਬੁੱਤਾਂ ਦੀ ਪੂਜਾ ਕਰੇ, ਕੋਈ ਗਣੇਸ਼ ਜੀ ਨੂੰ ਦੁੱਧ ਪਿਆਏ, ਕੋਈ ਹੋਰ ਕਰੇ, ਇਹ ਉਹਨਾਂ ਦਾ ਜੋ ਈਮਾਨ ਹੈ ਉਹ ਜਿੱਤੇ ਰੱਖਣਾ ਚਾਹੁੰਦੇ ਨੇ। ਦੂਜਾ, ਸਾਡੀ ਲੜਾਈ ਜ਼ੁਲਮ ਦੇ ਖਿਲਾਫ ਹੈ, ਉਸ ਇੰਡੀਅਨ ਸਟੇਟ ਦੇ ਖਿਲਾਫ ਹੈ ਜਿਸ ਨੇ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਵਿੱਢੀ ਹੋਈ ਹੈ। ਔਰ ਅਸੀਂ ਜਦੋਂ ਇਹਨਾਂ ਦੀਆਂ ਨੀਤੀਆਂ ਦੇਖਦੇ ਹਾਂ, ਜੋ ਕੁਛ ਇਹਨਾਂ ਨੇ ਸਾਡੇ ਨਾਲ ਕੀਤਾ ਹੈ, ਅਸੀਂ ਬਿਲਕੁਲ ਇਸ ਤਰੀਕੇ ਦੇ ਵਿੱਚ ਕਿਸੇ ਰਿਵੈਂਜ ਦੇ ਹੱਕ 'ਚ ਨਹੀਂ ਹੈ। ਪਰ ਜੂਨ 84 ਦੇ ਫੌਜੀ ਹਮਲੇ ਤੋਂ ਬਾਅਦ ਸਿੱਖ ਕੌਮ ਨੇ ਆਪਣਾ ਆਜ਼ਾਦ ਮੁਲਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣ ਦਾ ਸੰਕਲਪ ਕੀਤਾ ਹੋਇਆ। ਅੱਜ ਵੀ ਸਾਡੀ ਇਹ ਆਫਰ ਹੈ, ਖਾਲਿਸਤਾਨ ਦੇ ਡੈਕਲੇਰੇਸ਼ਨ 'ਚ ਵੀ ਸੀ ਕਿ ਅਸੀਂ ਅਜਾਈਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਔਰ ਹਰ ਮਸਲੇ ਦਾ ਹੱਲ ਗੱਲਬਾਤ ਰਾਹੀਂ ਚਾਹੁੰਦੇ ਹਾਂ। ਨੈਗੋਸ਼ੀਏਸ਼ਨ ਟੇਬਲ ਤੇ ਬੈਠ ਕੇ ਸਾਡੇ ਨਾਲ ਹਿਸਾਬ ਕਰ ਲੈਣ ਔਰ ਅਸੀਂ ਪੀਸਫੁਲ ਗੁਆਂਢੀਆਂ ਵਾਂਗ ਇਹਨਾਂ ਦੇ ਨਾਲ ਵਰਤਾਰਾ ਕਰਾਂਗੇ। ਅਦਰਵਾਈਜ਼ ਜੋ ਹਾਲ ਫਿਰ 18ਵੀਂ ਸਦੀ 'ਚੋਂ ਮੁਗਲਿਆ ਸਾਮਰਾਜ ਹੋਏ ਜਾਂ ਧਾੜਵੀ ਹੋਣ ਟੱਕਰ, ਤਾਂ ਭਾਵੇਂ ਦਹਾਕਿਆਂ ਚੱਲੇ, ਸਦੀਆਂ ਚੱਲੇ, ਖਾਲਸੇ ਦੇ ਇਸ ਲੰਮੇ ਸਾਹ ਨੂੰ ਹਿੰਦੂ ਤਾਂ ਵੀ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। 13 ਮਹੀਨੇ ਦੇ ਕਿਸਾਨੀ ਸੰਘਰਸ਼ 'ਚ ਵੀ ਜਿਨ੍ਹਾਂ ਨੂੰ ਇਹਨਾਂ ਨੇ ਅੰਦੋਲਨ ਜੀਵੀ, ਆਤੰਕਵਾਦੀ, ISI ਏਜੰਟ ਦੂਜਾ ਕਿਹਾ, ਉਹਨਾਂ ਨੇ ਸਾਡਾ ਦੇਖ ਲਿਆ ਜਲਵਾ ਵੀ। ਔਰ ਮੈਂ ਕਨਕਲੂਜਨ ਤੋਂ ਪਹਿਲਾਂ ਇਸ ਸੈਗਮੈਂਟ ਦੀ ਸਾਡੇ ਵੀਰ ਸਰ ਸੰਤੋਖ ਸਿੰਘ ਭਾਊ ਜੀ ਨੇ ਇੱਕ ਨਜ਼ਮ ਜਿਹੜੀ ਕਿ ਸਮਾਂ ਬਦਲੇਗਾ ਦੇ ਥੱਲੇ ਉਹਨਾਂ ਦੀ ਸਾਨੂੰ ਮਿਲੀ ਹੈ, ਅਸੀਂ ਉਹ ਸਾਂਝੀ ਕਰਦੇ ਹਾਂ। ਬਾਜਾਂ ਵਾਲੇ ਨੇ ਸੁਣੀ ਫਰਿਆਦ ਸਾਡੀ, ਅਰਦਾਸਾਂ ਪੂਰੀਆਂ ਲੱਗਾ ਕਰਨ ਸਾਈਂ, ਖਿੱਚ ਕੇ ਮਾਰਿਆ ਸੱਚ ਦਾ ਤੀਰ ਐਸਾ, ਜਾ ਵੱਜਿਆ ਜ਼ਾਲਮ ਦੀਆਂ ਰਗਾਂ ਤਾਈਂ। ਬਾਜਾਂ ਵਾਲੇ ਨੇ ਸੁਣੀ ਫਰਿਆਦ ਸਾਡੀ, ਅਰਦਾਸਾਂ ਪੂਰੀਆਂ ਲੱਗਾ ਕਰਨ ਸਾਈਂ, ਖਿੱਚ ਕੇ ਮਾਰਿਆ ਸੱਚ ਦਾ ਤੀਰ ਐਸਾ, ਜਾ ਵੱਜਿਆ ਜ਼ਾਲਮ ਦੀਆਂ ਰਗਾਂ ਤਾਈਂ। ਜਿਹੜੇ ਕਹਿੰਦੇ ਚੁਣ ਕੇ ਸਿੱਖ ਮਾਰ ਦੇਣੇ, ਅਲਫ ਨੰਗੇ ਹੋ ਗਏ ਵਿੱਚ ਬਾਜ਼ਾਰ ਸਾਈਂ, ਅਹਿਸਾਨ ਭੁੱਲ ਕੇ ਅਕਿਰਤ ਘਣ ਬਣ ਗਏ, ਸਾਡੀ ਪਿੱਠ ਤੇ ਛੁਰੀ ਚਲਾਈ ਸਾਈਂ। ਜ਼ਾਲਮ ਬੜੇ ਇਸ ਧਰਤੀ ਤੇ ਰਾਜ ਕਰ ਗਏ, ਸਦਾ ਰਹਿੰਦੀ ਨਹੀਂ ਗੁੱਡੀ ਚੜੀ ਸਾਈਂ। ਭੁੱਲ ਗਏ ਔਕਾਤ ਤੁਸੀਂ ਆਪਣੀ ਨੂੰ, ਦਿੱਤਾ ਤਖਤ ਅਕਾਲ ਦਾ ਢਾਹ ਸਾਈਂ। ਕਦੀ ਗਿੱਦੜ ਨਾ ਜੰਗਲ ਦੇ ਹੋਣ ਰਾਜੇ, ਕਦੇ ਗਿੱਦੜ ਨਾ ਜੰਗਲ ਦੇ ਹੋਣ ਰਾਜੇ, ਗਿੱਦੜ ਪਾਈ ਫਿਰਦੇ ਸ਼ੇਰ ਦੀ ਖਲ ਸਾਈਂ। ਲੱਗੀ ਘੁੰਮਣ ਹੁਣ ਚੱਕੀ ਇਨਸਾਫ ਵਾਲੀ, ਜ਼ਾਲਮ ਰਾਜ ਦੇ ਰਹਿ ਗਏ 2.5 ਦਿਨ ਸਾਈਂ। ਬੜੀ ਅੱਤ ਕੀਤੀ ਬੜਾ ਜ਼ੁਲਮ ਢਾਇਆ, ਹੁੰਦਾ ਅੱਤ ਖੁਦਾ ਦਾ ਵੈਰ ਸਾਈਂ। ਜਿਸ ਸਿਰ ਹੱਥ ਹੋਵੇ ਬਾਜ ਵਾਲਾ, ਰਾਖੀ ਕਰਦਾ ਕੌਮ ਦੀ ਆਪ ਸਾਈਂ। ਸ਼ਾਨ ਖਾਲਸੇ ਦੀ ਭਾਊ ਸਦਾ ਰਹੂ ਉੱਚੀ, ਖੰਡਾ ਫੜੀ ਖੜਾ ਸਾਡੇ ਨਾਲ ਸਾਈਂ। ਰਿਮਾਰਕੇਬਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।